ਸੋ ਜ਼ਰੂਰੀ ਨਹੀਂ ਕਿ ਜੇਕਰ ਤੁਸੀਂ ਕੋਈ ਚੰਗੀ ਸੋਚ ਲੈ ਕੇ ਕੋਈ ਚੰਗਾ ਕੰਮ ਕਰਨ ਜਾ ਰਹੇ ਹੋ ਤਾਂ ਲੋਕ ਤੁਹਾਡਾ ਸਾਥ ਦੇਣਗੇ। ਇੰਜ ਵੀ ਹੋ ਸਕਦਾ ਹੈ ਕਿ ਲੋਕ ਹੱਦੋਂ ਵੱਧ ਤੁਹਾਡਾ ਵਿਰੋਧ ਕਰਨ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਨਿਰਵੈਰ ਵਿਜ਼ਡਮ ਹੱਬ ਦੇ ਵਿੱਚ। ਤੇ ਅੱਜ ਦੀ ਵੀਡੀਓ ਵਿੱਚ ਅਸੀਂ ਉਸ ਇਨਕਲਾਬ ਦੀ ਗੱਲ ਕਰਨੀ ਹੈ ਜਿਸ ਇਨਕਲਾਬ ਨੇ ਦੁਨੀਆ ਦੇ ਸਭ ਤੋਂ ਬੜੇ ਅੰਪਾਇਰ ਦਾ ਅੰਤ ਕੀਤਾ, ਜਿਸ ਨੇ 300 ਸਾਲਾਂ ਤੋਂ ਚੱਲਦੀ ਆ ਰਹੀ ਰੋਮਨੋਵ ਰਿਆਸਤ ਦਾ ਅੰਤ ਕੀਤਾ, ਰਸ਼ੀਅਨ ਰੈਵੋਲੂਸ਼ਨ। ਦੋਸਤੋ, ਅਕਤੂਬਰ 1917 ਵਿੱਚ ਬੋਲਸ਼ੇਵਿਕ ਰੈਵੋਲੂਸ਼ਨ ਆ ਚੁੱਕੀ ਸੀ ਤੇ ਨਵੰਬਰ ਵਿੱਚ ਉਹਨਾਂ ਨੇ ਆਪਣੀ ਹਕੂਮਤ ਦਾ ਐਲਾਨ ਕਰ ਦਿੱਤਾ। ਹੁਣ ਜਦ ਵੀ ਕਿਤੇ ਪੋਲੀਟੀਕਲ ਸਿਸਟਮ ਵਿੱਚ ਚੇਂਜ ਆਉਂਦੀ ਆ, ਸਰਕਾਰ ਨਵੀਂ ਆਉਂਦੀ ਆ, ਤਾਂ ਉਸ ਤੋਂ ਬਾਅਦ ਸਿਵਲ ਵਾਰ ਹੁੰਦੀ ਹੀ ਹੁੰਦੀ ਆ ਤੇ ਸਿਵਲ ਵਾਰ ਨੂੰ ਕੰਟਰੋਲ ਕਰਨਾ ਨਵੀਂ ਬਣੀ ਸਰਕਾਰ ਦਾ ਇੱਕ ਬਹੁਤ ਬੜਾ ਚੈਲੰਜ ਹੁੰਦਾ ਹੈ। ਜੇਕਰ ਉਹ ਕੰਟਰੋਲ ਕਰ ਲੇ ਫਿਰ ਤਾਂ ਨਵੀਂ ਬਣੀ ਸਰਕਾਰ ਦਾ ਰਾਜ ਖਾਸਾ ਲੰਬਾ ਚੱਲਦਾ ਹੈ, ਪਰ ਜੇਕਰ ਕੰਟਰੋਲ ਨਾ ਕਰ ਸਕੇ ਫਿਰ ਉਹ ਸਰਕਾਰ ਕੇਵਲ ਕੁਝ ਦਿਨਾਂ ਦੀ ਮਹਿਮਾਨ ਹੀ ਹੁੰਦੀ ਹੈ। ਦੋਸਤੋ, ਸਿਵਲ ਵਾਰ ਇਸ ਕਰਕੇ ਹੁੰਦੀ ਹੈ ਕਿਉਂਕਿ ਜਿਹੜੀ ਧਿਰ ਹਾਰ ਚੁੱਕੀ ਹੈ, ਜਿਹੜੀ ਹੁਣ ਪਿੱਛੇ ਹੋ ਗਈ ਹੈ, ਉਹ ਨਵੀਂ ਬਣੀ ਸਰਕਾਰ ਦੀ ਹਕੂਮਤ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀ। ਇਸ ਕਰਕੇ ਉਹ ਦੁਬਾਰਾ ਫੌਜ ਖੜੀ ਕਰਦੀ ਹੈ ਤੇ ਹਕੂਮਤ ਨਾਲ ਲੜਦੀ ਹੈ। ਤੇ ਸਮਾਜ ਵਿੱਚ ਜਿਹੜੇ ਲੋਕ ਰਾਜਨੀਤਿਕ ਤਬਦੀਲੀ ਨਹੀਂ ਚਾਹੁੰਦੇ ਉਹ ਵੀ ਗੈਰ ਕਾਨੂੰਨੀ ਗਤੀਵਿਧੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਜਿਵੇਂ ਕਿ ਅਸੀਂ ਰਸ਼ੀਆ ਵਿੱਚ ਦੇਖਦੇ ਹਾਂ ਕਿ ਇਨਕਲਾਬ ਤੋਂ ਤੁਰੰਤ ਬਾਅਦ ਸਿਵਲ ਵਾਰ ਸ਼ੁਰੂ ਹੋ ਜਾਂਦੀ ਹੈ, ਜਿਸ ਵਿੱਚ ਕਿ ਜ਼ਾਰ ਨਿਕੋਲਸ II ਜਿਹੜਾ ਕਿ ਰਸ਼ੀਆ ਦਾ ਆਖਰੀ ਬਾਦਸ਼ਾਹ ਸੀ, ਉਸ ਦੇ ਜਿਹੜੇ ਰਹਿ ਚੁੱਕੇ ਫੌਜੀ ਸੀਗੇ ਉਹ ਸੋਵੀਅਤ ਸਟੇਟ ਨਾਲ ਲੜਨ ਦੀ ਕੋਸ਼ਿਸ਼ ਕਰਦੇ ਨੇ। ਇਸ ਸਿਵਲ ਵਾਰ ਦੇ ਵਿੱਚ ਫਰਾਂਸ, ਅਮਰੀਕਾ, ਜਾਪਾਨ, ਇੰਗਲੈਂਡ ਸਾਰੇ ਜ਼ਾਰ ਦੀ ਮਦਦ ਕਰਦੇ ਨੇ ਤੇ ਜ਼ਾਰ ਦੇ ਜਿਹੜੇ ਫੌਜੀ ਹੁੰਦੇ ਨੇ ਉਹਨਾਂ ਨੂੰ ਵਾਈਟ ਆਰਮੀ ਕਿਹਾ ਜਾਂਦਾ ਹੈ ਤੇ ਦੂਸਰੇ ਪਾਸੇ ਸੋਵੀਅਤ ਸਰਕਾਰ ਦੇ ਫੌਜੀਆਂ ਨੂੰ ਰੈੱਡ ਆਰਮੀ ਕਿਹਾ ਜਾਂਦਾ ਹੈ। ਇਸ ਸਿਵਲ ਵਾਰ ਦੇ ਵਿੱਚ ਸੋਵੀਅਤ ਸਰਕਾਰ ਦੀ ਜਿੱਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਕੋਸ਼ਿਸ਼ ਕਰਦੇ ਨੇ ਕਿ ਰਸ਼ੀਆ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਜਾ ਸਕੇ। ਸੋ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਕਿ ਬੋਲਸ਼ੇਵਿਕ ਰੈਵੋਲੂਸ਼ਨ ਦੇ ਕੀ ਨਤੀਜੇ ਨਿਕਲੇ। ਸਭ ਤੋਂ ਬੜੀ ਤਬਦੀਲੀ ਰੈਵੋਲੂਸ਼ਨ ਤੋਂ ਬਾਅਦ ਇਹ ਹੋਈ ਕਿ ਰਸ਼ੀਆ ਦੇ ਵਿੱਚ ਆਟੋਕ੍ਰੇਸੀ ਖਤਮ ਹੋ ਗਈ ਤੇ ਚਰਚ ਦਾ ਜਿਹੜਾ ਪ੍ਰਭਾਵ ਸੀ ਸਿਆਸਤ ਤੇ ਉਹ ਵੀ ਖਤਮ ਹੋ ਗਿਆ। ਰਸ਼ੀਆ ਵਿੱਚ ਹੁਣ ਜ਼ਾਰ ਦਾ ਰਾਜ ਖਤਮ ਹੋ ਗਿਆ ਸੀ, ਮੋਨਾਰਕੀ ਖਤਮ ਹੋ ਗਈ ਸੀ ਤੇ ਨਵੀਂ ਸੋਵੀਅਤ ਸਰਕਾਰ ਆ ਗਈ ਸੀ ਜਿਸ ਨੂੰ ਕਿ USSR ਵੀ ਕਿਹਾ ਜਾਂਦਾ ਹੈ। ਦੋਸਤੋ, ਨਵੀਂ ਸਰਕਾਰ ਦੇ ਆਉਣ ਦੇ ਨਾਲ ਰਸ਼ੀਆ ਵਿੱਚ ਹਰੇਕ ਇਨਸਾਨ ਵਾਸਤੇ ਕੰਮ ਕਰਨਾ ਜ਼ਰੂਰੀ ਹੋ ਗਿਆ। ਫਰੋਮ ਈਚ ਅਕੋਰਡਿੰਗ ਟੂ ਹਿਸ ਕੈਪੈਸਿਟੀ ਟੂ ਈਚ ਅਕੋਰਡਿੰਗ ਟੂ ਹਿਸ ਵਰਕ। ਇਹ ਨੀਤੀ ਤੇ ਸਰਕਾਰ ਕੰਮ ਕਰਦੀ ਸੀ ਤੇ ਇਹ ਸਰਕਾਰ ਸੋਸ਼ਲਿਸਟ ਆਈਡੀਓਲੋਜੀ ਤੇ ਬੇਸਡ ਸੀਗੀ। ਪ੍ਰਾਈਵੇਟ ਪ੍ਰਾਪਰਟੀ ਨੂੰ ਖਤਮ ਕਰ ਦਿੱਤਾ ਤੇ ਪ੍ਰੋਡਕਸ਼ਨ ਵਿੱਚੋਂ ਜੋ ਪ੍ਰਾਈਵੇਟ ਪ੍ਰੋਫਿਟ ਦਾ ਮੋਟਿਵ ਹੁੰਦਾ ਹੈ ਉਸ ਨੂੰ ਖਤਮ ਕਰ ਦਿੱਤਾ ਤੇ ਇਸ ਦੇ ਨਾਲ ਹੀ ਜਿਹੜੀ ਸਰਕਾਰ ਹੈ ਉਹ ਦੇਸ਼ ਦੀ ਇਕਨੋਮਿਕ ਸਟਰੈਂਥ ਵਾਸਤੇ ਕੰਮ ਕਰਨ ਲੱਗੀ, ਇਕਨੋਮਿਕ ਪਲੈਨਿੰਗ ਕਰਨ ਲੱਗੀ। ਇਸ ਦੇ ਨਾਲ ਹੀ ਜਿਹੜੀ ਟੈਕਨੋਲੋਜੀਕਲ ਐਡਵਾਂਸਮੈਂਟਸ ਹੁੰਦੀਆਂ ਉਸ ਦਾ ਸਹਾਰਾ ਲੈ ਕੇ ਸਰਕਾਰ ਹੁਣ ਆਪਣੇ ਦੇਸ਼ ਦੀ ਇਕਨੋਮੀ ਨੂੰ ਹੋਰ ਜ਼ਿਆਦਾ ਤਾਕਤਵਰ ਬਣਾਉਣ ਦੇ ਵਿੱਚ ਅੱਗੇ ਵਧ ਰਹੀ ਸੀ। ਸਮਾਜ ਵਿੱਚ ਬਰਾਬਰੀ ਆ ਰਹੀ ਸੀ ਤੇ ਹਰੇਕ ਇਨਸਾਨ ਵਾਸਤੇ ਕੰਮ ਕਰਨਾ ਜ਼ਰੂਰੀ ਹੋ ਗਿਆ। ਕੰਮ ਕਰਨਾ ਹਰੇਕ ਇਨਸਾਨ ਦਾ ਸੰਵਿਧਾਨਿਕ ਹੱਕ ਬਣ ਗਿਆ ਤੇ ਐਜੂਕੇਸ਼ਨ ਦੇ ਖੇਤਰ ਵਿੱਚ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਸੀ। ਤੇ ਵੇਖਦਿਆਂ ਹੀ ਰਸ਼ੀਅਨ ਰੈਵੋਲੂਸ਼ਨ ਤੋਂ ਕੁਝ ਸਾਲ ਬਾਅਦ ਹੀ ਰਸ਼ੀਆ ਦੁਨੀਆ ਦੀ ਇੱਕ ਬਹੁਤ ਬੜੀ ਤਾਕਤ ਬਣ ਗਿਆ। ਸੋ ਦੋਸਤੋ, ਕੁੱਲ ਮਿਲਾ ਕੇ ਰਸ਼ੀਅਨ ਰੈਵੋਲੂਸ਼ਨ ਰਸ਼ੀਆ ਦੇ ਲੋਕਾਂ ਵਾਸਤੇ ਫਾਇਦੇਮੰਦ ਸਾਬਿਤ ਹੁੰਦੀ ਹੈ। ਹੁਕਮਰਾਨ ਨੇ ਬਥੇਰਾ ਜ਼ੋਰ ਲਾਇਆ ਸੀ ਕਿ ਇਸ ਬਗਾਵਤ ਨੂੰ ਦੱਬ ਦਿੱਤਾ ਜਾਵੇ, ਲੇਕਿਨ ਉਹ ਕਹਿੰਦੇ ਹੁੰਦੇ ਨੇ ਕਿ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ। ਜੋ ਲੋਕ ਤਰੱਕੀ ਕਰਨਾ ਚਾਹੁੰਦੇ ਨੇ ਉਹ ਰੋਕਿਆਂ ਰੁਕਦੇ ਨਹੀਂ, ਤਰੱਕੀ ਤਾਂ ਉਹ ਕਰਕੇ ਰਹਿੰਦੇ ਨੇ। ਅੰਤ ਭਲਾ ਤਾਂ ਸਭ ਭਲਾ। ਸੋ ਜ਼ਰੂਰੀ ਨਹੀਂ ਕਿ ਜੇਕਰ ਤੁਸੀਂ ਕੋਈ ਚੰਗੀ ਸੋਚ ਲੈ ਕੇ ਕੋਈ ਚੰਗਾ ਕੰਮ ਕਰਨ ਜਾ ਰਹੇ ਹੋ ਤਾਂ ਲੋਕ ਤੁਹਾਡਾ ਸਾਥ ਦੇਣਗੇ। ਇੰਜ ਵੀ ਹੋ ਸਕਦਾ ਹੈ ਕਿ ਲੋਕ ਹੱਦੋਂ ਵੱਧ ਤੁਹਾਡਾ ਵਿਰੋਧ ਕਰਨ। ਇਸ ਕਰਕੇ ਆਪਣੀ ਸੋਚ ਤੇ ਵਿਸ਼ਵਾਸ ਕਰੋ ਤੇ ਆਪਣੀ ਸੋਚ ਦੀ ਬੁਨਿਆਦ ਤਰਕਸ਼ੀਲਤਾ, ਲੰਬਾ ਨਜ਼ਰੀਆ ਤੇ ਸਭ ਦੀ ਭਲਾਈ, ਇਸ ਬੁਨਿਆਦ ਤੇ ਆਪਣੀ ਸੋਚ ਬਣਾਓ। ਸੋ ਦੋਸਤੋ, ਜੇਕਰ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਤਾਂ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਫਿਊਚਰ ਅਪਡੇਟਸ ਵਾਸਤੇ ਸਾਡੇ ਚੈਨਲ ਨਿਰਵੈਰ ਵਿਜ਼ਡਮ ਹੱਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਹੁਤ ਬਹੁਤ ਧੰਨਵਾਦ।